ਹੈਲੋ ਡੀਅਰ ਸਟੂਡੈਂਟਸ, ਵੈਲਕਮ ਟੂ ਆਨਲਾਈਨ ਕਲਾਸ। ਮੈਂ ਸੁਖਵੰਤ ਸਿੰਘ। ਆਪਾਂ ਕਰ ਰਹੇ ਹਾਂ 9ਵੀਂ ਕਲਾਸ ਦੀ ਪੰਜਾਬੀ ਦੇ ਬੁੱਕ ਦੇ ਵਿੱਚ ਦੂਜਾ ਭਾਗ ਦੇ ਵਿੱਚ ਤੀਜਾ ਭਾਗ ਚੱਲ ਰਿਹਾ ਹੈ ਆਪਣਾ ਦੰਤ ਕਥਾਵਾਂ। ਦੰਤ ਕਥਾਵਾਂ ਦੇ ਵਿੱਚ ਆਪਣਾ ਜਿਹੜਾ ਪਹਿਲਾ ਹੈ ਪੂਰਨ ਭਗਤ ਭਾਗ ਆਪਣਾ ਦੂਜਾ ਹੈ। ਦੂਜੇ ਭਾਗ ਦੇ ਵਿੱਚ ਜਿਵੇਂ ਪਹਿਲਾਂ ਆਪਾਂ ਕੀਤੀ ਸੀ ਨੀਤੀ ਕਥਾਵਾਂ, ਫਿਰ ਪਰੀ ਕਥਾਵਾਂ, ਹੁਣ ਕਰ ਰਹੇ ਹਾਂ ਦੰਤ ਕਥਾਵਾਂ। ਹੁਣ ਆਪਣਾ ਜਿਹੜਾ ਅੱਜ ਦਾ ਟੋਪਿਕ ਹੈ ਇਹ ਦੰਤ ਕਥਾਵਾਂ ਦਾ ਟੋਪਿਕ ਹੈ। ਦੰਤ ਕਥਾਵਾਂ ਦਾ ਮਤਲਬ ਹੁੰਦਾ ਹੈ ਸੁਣੀ ਸੁਣਾਈ ਗੱਲ ਜਿਹੜੀ ਲੋਕ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਕੁਝ ਇਤਿਹਾਸਿਕ ਗੱਲਾਂ ਹੁੰਦੀਆਂ, ਕੁਝ ਮਿਥਿਹਾਸਿਕ ਗੱਲਾਂ ਹੁੰਦੀਆਂ, ਕੁਝ ਤਾਂ ਇਤਿਹਾਸ ਨਾਲ ਸੰਬੰਧਿਤ ਗੱਲਾਂ ਹੁੰਦੀਆਂ, ਕੁਝ ਉਹਦੇ ਵਿੱਚ ਗੱਲਾਂ ਜਿਹੜਾ ਇਤਿਹਾਸਕਾਰ ਹੈ ਜੋੜਦਾ ਹੈ। ਤਾਂ ਦੰਤ ਕਥਾ ਭਾਵ ਸੁਣੀ ਸੁਣਾਈ ਗੱਲ, ਲੋਕਾਂ ਦੁਆਰਾ ਸੁਣੀ ਸੁਣਾਈ ਗੱਲ, ਉਹਨੂੰ ਆਪਾਂ ਕੀ ਕਹਿੰਦੇ ਹਾਂ ਦੰਤ ਕਥਾ। ਵਿੱਚ ਮੈਂ ਗੱਲ ਕਰੀ ਨਾ, ਤੁਸੀਂ ਸੁਣੀ, ਤੁਸੀਂ ਅੱਗੇ ਕੀਤੀ, ਤਾਂ ਲੋਕਾਂ ਦੇ ਜ਼ਰੀਏ ਅੱਗੇ ਆਪਣੀ ਪਹੁੰਚ ਦੰਤ ਕਥਾ। ਸੁਣੀ ਸੁਣਾਈ ਗੱਲ ਜੋ ਲੋਕ ਚਰਚਾ ਦਾ ਵਿਸ਼ਾ ਬਣ ਗਈ ਹੋਵੇ ਉਸ ਨੂੰ ਆਪਾਂ ਸਧਾਰਨ ਅਰਥਾਂ ਦੇ ਵਿੱਚ ਦੰਤ ਕਥਾ ਕਹਿ ਸਕਦੇ ਹਾਂ। ਦੰਤ ਕਥਾ ਦੇ ਵਿੱਚ ਅੱਜ ਆਪਣਾ ਜਿਹੜਾ ਪਹਿਲੀ ਕਥਾ ਹੈ ਉਹ ਪੂਰਨ ਭਗਤ ਦੀ ਹੈ। ਪਹਿਲੀ ਕਥਾ ਆਪਣੀ ਪੂਰਨ ਭਗਤ ਦੀ ਹੈ। ਤਾਂ ਪੂਰਨ ਭਗਤ ਦੀ ਕਵਿਤਾ ਆਪਾਂ ਸ਼ੁਰੂ ਕਰਦੇ ਹਾਂ। ਤਾਂ ਇਸ ਵਿੱਚ ਸਿਆਲਕੋਟ ਦੇ ਜਿਹੜਾ ਸਿਆਲਕੋਟ ਦਾ ਰਾਜਾ ਸੀ, ਸਿਆਲਕੋਟ ਦਾ ਰਾਜਾ ਸਲਵਾਨ। ਸਿਆਲਕੋਟ ਦਾ ਰਾਜਾ ਸੀਗਾ ਜਿਸ ਦਾ ਨਾਂ ਸੀ ਸਲਵਾਨ। ਉਸ ਦੇ ਦੋ ਰਾਣੀਆਂ ਸਨ। ਇੱਕ ਤਾਂ ਇਛਰਾ ਤੇ ਲੂਣਾ। ਸਿਆਲਕੋਟ ਦਾ ਰਾਜਾ ਸੀ ਸਲਵਾਨ ਜਿਸ ਦੇ ਦੋ ਰਾਣੀਆਂ ਸਨ। ਇੱਕ ਰਾਣੀ ਤਾਂ ਸੀ ਇਛਰਾ ਤੇ ਦੂਜੀ ਸੀ ਜਿਹੜੀ ਲੂਣਾ। ਇਛਰਾ ਦੀ ਕੁੱਖੋਂ ਪੂਰਨ ਭਗਤ ਨੇ ਜਨਮ ਲਿਆ ਸੀ। ਇਛਰਾ ਦੀ ਕੁੱਖੋਂ। ਤਾਂ ਸਿਆਲਕੋਟ ਦਾ ਰਾਜਾ ਸੀ ਸਲਵਾਨ ਜਿਸ ਦੇ ਦੋ ਰਾਣੀਆਂ ਸਨ, ਜਿਹਦੀਆਂ ਦੋ ਰਾਣੀਆਂ ਸਨ, ਦੋ ਪਤਨੀਆਂ ਸਨ। ਇੱਕ ਪਤਨੀ ਦਾ ਨਾਂ ਸੀ ਇਛਰਾ ਤੇ ਇੱਕ ਦਾ ਨਾਂ ਸੀ ਲੂਣਾ। ਜਦੋਂ ਇਛਰਾ ਦੀ ਕੁੱਖੋਂ ਪੂਰਨ ਦਾ ਭਗਤ ਦਾ ਜਨਮ ਹੁੰਦਾ ਹੈ, ਇਛਰਾ ਦੀ ਕੁੱਖੋਂ ਜਦੋਂ ਪੂਰਨ ਭਗਤ ਦਾ ਜਨਮ ਹੁੰਦਾ ਹੈ ਤਾਂ ਕੁਝ ਪੰਡਤਾਂ ਨੇ ਰਾਜੇ ਨੂੰ ਵਹਿਮ ਪਾ ਦਿੱਤਾ ਕਿ ਇਹ ਬਾਲਕ ਤੁਹਾਡੇ ਪਰਿਵਾਰ ਲਈ ਜਾਂ ਤੁਹਾਡੇ ਲਈ ਸ਼ੁਭ ਨਹੀਂ ਹੈ। ਤੁਸੀਂ ਇਹਨੂੰ ਕੁਝ ਸਮਾਂ ਵੀ ਤੁਸੀਂ ਇਹਨੂੰ ਨਹੀਂ ਵੇਖ ਸਕਦੇ। ਰਾਜੇ ਨੂੰ ਇਹ ਵਹਿਮ ਪਾ ਦਿੱਤਾ। ਤਾਂ ਰਾਜਾ ਹੁਣ ਇਸ ਗੱਲੋਂ ਚਿੰਤਿਤ ਸੀ ਵੀ ਹੁਣ ਵੀ ਇਹ ਗੱਲ ਕਹਿਤੀ। ਉਹਦੇ ਵਿਦਵਾਨ ਸਨ, ਪੰਡਤ ਸਨ, ਉਹਨਾਂ ਦੀ ਗੱਲ ਉਹ ਟਾਲ ਵੀ ਨਹੀਂ ਸਕਦਾ ਸੀ। ਕਈਆਂ ਦਾ ਇਹ ਕਹਿਣਾ ਵਿਚਾਰ ਹੈ ਵੀ ਸੁਣਨ 'ਚ ਆਇਆ ਹੈ ਕਿ ਇਹ ਜਿਹੜੀ ਗੱਲ ਸੀ ਇਹ ਗੱਲ ਲੂਣਾ ਨੇ ਅਖਵਾਈ ਸੀ, ਪੰਡਤਾਂ ਤੋਂ ਲੂਣਾ ਨੇ ਅਖਵਾਈ ਸੀ, ਤਾਂ ਜੋ ਪੂਰਨ ਭਗਤ ਤੇ ਰਾਜਾ ਸਲਵਾਨ ਦਾ ਜਿਹੜਾ ਆਪਸੀ ਪ੍ਰੇਮ ਪਿਆਰ ਹੈ, ਜਿਹੜੇ ਦੋਨੇ ਪਿਓ ਪੁੱਤ ਦੂਰ ਰਹਿਣ, ਇਸ ਵਾਸਤੇ। ਤਾਂ ਰਾਜੇ ਸਲਵਾਨ ਨੇ ਕੀ ਕਿਹਾ ਬਈ ਉਹਨਾਂ ਵਿਦਵਾਨਾਂ ਨੇ ਦੱਸਿਆ ਕਿ ਪੂਰਨ ਭਗਤ ਨੂੰ 12 ਸਾਲ ਤੱਕ ਤੁਸੀਂ ਨਹੀਂ ਵੇਖ ਸਕਦੇ। ਹੁਣ ਰਾਜਾ ਚਿੰਤਿਤ ਵੀ ਹੁਣ ਕੀ ਕੀਤਾ ਜਾਵੇ, ਵੀ ਹੁਣ ਪੁੱਤਰ ਹੈ, ਇਹਨੂੰ ਕਿੱਥੇ ਛੱਡ ਕੇ ਆਈਏ। ਤਾਂ ਫਿਰ ਉਹਨਾਂ ਨੇ ਸੋਚ ਸਮਝ ਕੇ ਵਿਚਾਰ ਕਰਕੇ ਇੱਕ ਭੋਰਾ ਬਣਾਇਆ, ਇੱਕ ਥਾਂ ਬਣਾਈ, ਭੋਰਾ ਬਣਾਇਆ ਜਿਸ ਥਾਂ 'ਤੇ ਪੂਰਨ ਭਗਤ ਦੀ ਪਰਵਰਿਸ਼ ਕੀਤੀ ਗਈ। ਅਤੇ 12 ਸਾਲਾਂ ਤੱਕ ਪੂਰਨ ਉਹਦੇ ਵਿੱਚ ਹੀ ਰਿਹਾ। 12 ਸਾਲਾਂ ਤੱਕ ਪੂਰਨ ਉਸ ਭੋਰੇ ਵਿੱਚ ਹੀ ਰਿਹਾ।
ਜਦੋਂ 12 ਸਾਲਾਂ ਦਾ ਹੋ ਗਿਆ ਉਸ ਤੋਂ ਬਾਅਦ ਉਹ ਭੋਰੇ ਵਿੱਚੋਂ ਬਾਹਰ ਨਿਕਲਦਾ ਤਾਂ ਆਪਣੇ ਪਿਤਾ ਰਾਜਾ ਸਲਵਾਨ ਕੋਲ ਜਾਂਦਾ ਹੈ। ਸਲਵਾਨ ਕੋਲ ਜਾ ਕੇ ਆਸ਼ੀਰਵਾਦ ਲੈਂਦਾ ਹੈ ਤਾਂ ਉਸ ਨੂੰ ਦੇਖ ਕੇ, ਪੂਰਨ ਨੂੰ ਦੇਖ ਕੇ ਉਹਦਾ ਪਿਤਾ ਜਿਹੜਾ ਰਾਜਾ ਸਲਵਾਨ ਹੈ ਬਹੁਤ ਖੁਸ਼ ਹੁੰਦਾ ਹੈ, ਬਹੁਤ ਖੁਸ਼ ਹੁੰਦਾ ਵੀ ਮੇਰਾ ਪੁੱਤਰ 12 ਸਾਲਾਂ ਬਾਅਦ ਮੇਰੇ ਕੋਲ ਆਇਆ ਹੈ। ਫਿਰ ਉਹ ਕਹਿੰਦਾ ਹੈ ਕਿ ਜਿਹੜਾ ਹੁਣ ਤੂੰ ਆਪਦੀਆਂ ਮਾਵਾਂ ਤੋਂ ਵੀ ਆਸ਼ੀਰਵਾਦ ਲਿਆ, ਵੀ ਤੂੰ ਆਪਦੀਆਂ ਮਾਵਾਂ ਨੂੰ ਮਿਲ ਕੇ ਆ। ਰਾਜਾ ਸਲਵਾਨ ਕਹਿੰਦਾ ਪਹਿਲਾਂ ਤੂੰ ਲੂਣਾ ਕੋਲ ਜਾਈਂ ਅਤੇ ਫਿਰ ਤੂੰ ਇਛਰਾ ਕੋਲ ਜਾਈਂ। ਪਹਿਲਾਂ ਤੂੰ ਲੂਣਾ ਕੋਲ ਜਾਈਂ ਅਤੇ ਫਿਰ ਤੂੰ ਇਛਰਾ ਦੇ ਕੋਲ ਜਾਈਂ, ਜਿਹੜਾ ਰਾਜਾ ਸਲਵਾਨ ਆਪਣੇ ਪੁੱਤਰ ਪੂਰਨ ਨੂੰ ਕਹਿੰਦਾ ਹੈ। ਤਾਂ ਪੂਰਨ ਆਪਣੇ ਪਿਤਾ ਦੀ ਆਗਿਆ ਮੰਨ ਕੇ ਉਹ ਸਭ ਤੋਂ ਪਹਿਲਾਂ ਮਾਤਾ ਲੂਣਾ ਨੂੰ ਮਿਲਣ ਜਾਂਦਾ ਹੈ। ਲੂਣਾ ਪੂਰਨ ਨੂੰ ਦੇਖ ਕੇ ਹੱਕੀ ਬੱਕੀ ਹੋ ਜਾਂਦੀ ਹੈ, ਹੈਰਾਨ ਹੋ ਜਾਂਦੀ ਹੈ, ਉਹਦਾ ਰੰਗ ਰੂਪ ਦੇਖ ਕੇ, ਜਵਾਨ ਪੁੱਤ ਦੇਖ ਕੇ ਹੈਰਾਨ ਹੋ ਜਾਂਦੀ ਹੈ। ਉਹਦੀ ਨੀਤ ਦੇ ਵਿੱਚ ਖੋਟ ਆ ਜਾਂਦਾ ਹੈ। ਉਹ ਪੂਰਨ ਨੂੰ ਪੁੱਤ ਦੀ ਥਾਂ 'ਤੇ ਪ੍ਰੇਮੀ ਦੇ ਰੂਪ ਵਿੱਚ ਦੇਖਦੀ ਹੈ ਤਾਂ ਉਸ ਨੂੰ ਕਹਿੰਦੀ ਵੀ ਹੈ, ਕੁਛ ਪੁੱਤ ਪ੍ਰੇਮੀ ਦੇ ਰੂਪ ਵਿੱਚ ਦੇਂਦੀ ਹੈ, ਪਰ ਪੂਰਨ ਉਸ ਨੂੰ ਆਪਣੀ ਮਾਂ ਸਮਝਦਾ ਹੈ। ਮਾਂ ਦਾ ਦਰਜਾ ਦਿੱਤਾ ਹੈ ਲੂਣਾ ਨੂੰ। ਪੂਰਨ ਨੂੰ ਇਹ ਗੱਲ ਚੰਗੀ ਨਾ ਲੱਗੀ, ਉਹ ਫਟਾਫਟ ਉਸ ਲੂਣਾ ਦੇ ਮਹਿਲ 'ਚੋਂ ਬਾਹਰ ਆ ਗਿਆ। ਜਦੋਂ ਪੂਰਨ ਬਾਹਰ ਆ ਗਿਆ ਤਾਂ ਲੂਣਾ ਨੂੰ ਉਸ 'ਤੇ ਗੁੱਸਾ ਆਇਆ ਵੀ ਪੂਰਨ ਨੇ ਉਹਦੀ ਗੱਲ ਨਹੀਂ ਮੰਨੀ। ਤਾਂ ਉਹ ਆਪਣੇ ਵਾਲ ਖਿਲਾਰ ਕੇ, ਆਪਣੇ ਲੀੜੇ ਪਾੜ ਕੇ ਰੋਣ ਲੱਗ ਪੈਂਦੀ ਹੈ। ਜਦੋਂ ਰਾਜਾ ਸਲਵਾਨ ਉਸ ਕੋਲ ਜਾ ਕੇ ਪੁੱਛਦਾ ਹੈ ਕੀ ਗੱਲ ਹੋ ਗਈ ਲੂਣਾ, ਕਿਉਂ ਰੋਂਦੀ ਹੈ, ਤਾਂ ਉਹ ਪੂਰਨ 'ਤੇ ਝੂਠਾ ਇਲਜ਼ਾਮ ਲਾ ਕੇ ਕਹਿੰਦੀ ਹੈ ਕਿ ਮਹਾਰਾਜ, ਪੂਰਨ ਮਾਂ ਪੁੱਤ ਦੀ ਮਰਿਆਦਾ ਭੁੱਲ ਕੇ ਉਹ ਮੇਰੇ ਨਾਲ ਜੋ ਗਲਤ ਰਿਸ਼ਤਾ ਬਣਾਉਣਾ ਚਾਹੁੰਦਾ, ਝੂਠਾ ਇਲਜ਼ਾਮ ਲਾਇਆ ਪੂਰਨ 'ਤੇ। ਇਹ ਗੱਲ ਸੁਣ ਕੇ ਰਾਜਾ ਸਲਵਾਨ ਨੂੰ ਬਹੁਤ ਗੁੱਸਾ ਆਇਆ। ਉਸ ਨੇ ਜਲਾਦਾਂ ਨੂੰ ਬੁਲਾਇਆ ਅਤੇ ਪੂਰਨ ਨੂੰ ਮਾਰਨ ਕੇ, ਮਤਲਬ ਉਹਨੂੰ ਟੋਟੇ ਕਰਕੇ ਵੱਢ ਕੇ ਮਾਰ ਦਿੱਤੇ ਜਾਣ ਦਾ ਹੁਕਮ ਦਿੱਤਾ। ਜਿਹੜੇ ਜਲਾਦ ਸੀ ਉਹਨਾਂ ਨੂੰ ਇਹ ਗੱਲ ਪਤਾ ਸੀ ਕਿ ਪੂਰਨ ਸੱਚਾ ਹੈ, ਪੂਰਨ ਝੂਠਾ ਨਹੀਂ, ਉਸਨੇ ਕੋਈ ਗਲਤ ਨਹੀਂ ਕਿਹਾ, ਉਸਨੇ ਕੁਝ ਅਜਿਹੀ ਗਲਤ ਹਰਕਤ ਜਾਂ ਗਲਤ ਸੋਚ ਉਹਦੀ ਨਹੀਂ ਗੀ, ਉਹ ਸੱਚਾ ਹੈ। ਜਲਾਦਾਂ ਨੇ ਉਸ ਨੂੰ ਮਾਰਿਆ ਨਹੀਂ, ਉਹਦੇ ਹੱਥ ਪੈਰ ਵੱਢ ਕੇ ਉਸ ਨੂੰ ਖੂਹ ਦੇ ਵਿੱਚ ਸੁੱਟ ਦਿੱਤਾ ਅਤੇ ਉਹਦੇ ਖੂਨ ਨਾਲ ਲਿਬੜੇ ਹੋਏ ਲੀੜੇ ਉਸ ਦੇ ਬਾਪ ਰਾਜਾ ਸਲਵਾਨ ਨੂੰ ਲਿਆ ਕੇ ਦੇ ਦਿੱਤੇ, ਤਾਂ ਜੋ ਉਸ ਨੂੰ ਯਕੀਨ ਹੋ ਜਾਵੇ ਕਿ ਪੂਰਨ ਨੂੰ ਮਾਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਕੁਝ ਸਮਾਂ ਲੰਘਿਆ। ਉੱਥੋਂ ਜੋਗੀ ਗੋਰਖਨਾਥ ਜਿਹੜਾ ਉੱਥੋਂ ਗੋਰਖਨਾਥ ਜੋਗੀ ਸੀ, ਗੋਰਖਨਾਥ ਆਪਣੇ ਚੇਲਿਆਂ ਦੇ ਨਾਲ ਉੱਥੋਂ ਦੀ ਲੰਘ ਰਹੇ ਸਨ। ਜੋਗੀ ਗੋਰਖਨਾਥ ਆਪਣੇ ਚੇਲਿਆਂ ਦੇ ਨਾਲ ਜੋਗੀ ਗੋਰਖਨਾਥ ਆਪਣੇ ਚੇਲਿਆਂ ਦੇ ਨਾਲ ਉੱਥੋਂ ਲੰਘ ਰਹੇ ਸਨ। ਜਦੋਂ ਖੂਹ ਦੇ ਕੋਲ ਦੀ ਲੰਘੇ ਤਾਂ ਉਹਨਾਂ ਨੇ ਦਰਦ ਭਰੀ ਆਵਾਜ਼ ਸੁਣੀ, ਹਾਏ ਹਾਏ ਦੀ ਆਵਾਜ਼ ਸੁਣੀ। ਤਾਂ ਉਹ ਖੂਹ ਕੋਲ ਜਾ ਕੇ ਦੇਖਿਆ ਤਾਂ ਉਹਦੇ ਵਿੱਚ ਪੂਰਨ ਦੀ ਆਵਾਜ਼ ਜਿਹੜੀ ਨਿਕਲ ਰਹੀ ਸੀ, ਹਾਏ ਹਾਏ ਦੀ। ਉਹਨੇ ਪੁੱਛਿਆ ਤੂੰ ਕੌਣ ਹੈ? ਜੋਗੀ ਗੋਰਖਨਾਥ ਨੇ ਪੁੱਛਿਆ ਤੂੰ ਕੌਣ ਹੈ? ਤਾਂ ਦੱਸਿਆ ਮੈਂ ਪੂਰਨ ਹੈ, ਮੈਂ ਸਿਆਲਕੋਟ ਦੇ ਰਾਜੇ ਦਾ ਪੁੱਤਰ ਹਾਂ। ਪੂਰਨ ਨੇ ਆਪਣੀ ਸਾਰੀ ਹੱਡਬੀਤੀ ਸੁਣਾਈ, ਉਹਦੇ ਨਾਲ ਕੀ ਘਟਨਾ ਵਾਪਰੀ, ਕੀ ਗੱਲ ਬਣੀ, ਉਹਨੇ ਸਾਰੀ ਘਟਨਾ ਆਪਦੀ ਸੁਣਾਈ। ਜੋਗੀ ਗੋਰਖਨਾਥ ਕਹਿੰਦਾ ਹੈ ਕਿ ਜੇ ਤੂੰ ਸੱਚਾ ਹੈ ਤਾਂ ਮੈਂ ਕੱਚੇ ਧਾਗੇ ਦਾ, ਜੇ ਤੂੰ ਸੱਚਾ ਹੈ ਤਾਂ ਮੈਂ ਸੂਤ ਦੇ ਕੱਚੇ ਧਾਗੇ ਦਾ, ਜਿਹੜਾ ਸੂਤ ਦਾ ਕੱਚਾ ਧਾਗਾ ਜਿਹੜਾ ਹੈ ਉਹ ਖੂਹ ਦੇ ਵਿੱਚ ਮੈਂ ਲਮਕਾਵਾਂਗਾ। ਸੂਤ ਦਾ ਜਿਹੜਾ ਕੱਚਾ ਧਾਗਾ ਹੈ ਉਸ ਨੂੰ ਜਿਹੜਾ ਜੋਗੀ ਗੋਰਖਨਾਥ ਹੈ ਉਹ ਕਹਿੰਦਾ ਮੈਂ ਖੂਹ ਦੇ ਵਿੱਚ ਲਮਕਾ ਦੇਵਾਂਗਾ। ਜੇ ਤੂੰ ਸੱਚਾ ਹੈ,
जे तू सच्चा है तो उस धागे नूं फड़ के तू बाहर निकल आई। जे तू सच्चा है तो झूठा होएगा तो वह धागा टुट जूगा, तू बाहर नहीं निकल सकता। तो पूरन ने उन्हां दी गल मन्नी, उन्होंने कहा ठीक है। तो गोरखनाथ जी ने वो धागा जिहड़ा सूत का कच्चा धागा खूह दे विच लमकाया, हौली हौली पूरन बाहर निकल आया। जदों प्रीख्या दे विच खरा उतरन ते जदों गोरखनाथ की प्रीख्या च खरा उतरिया तो गोरखनाथ जोगी गोरखनाथ ने उसनों 9 बार 9 ठीक कर दिता। भाव वो जो जख्म उन्होंने सारा पहले वर्गा सही कर दिता, जो उन्होंने वढ कट के खूह दे विच सुट दिता सी, तो उन्होंने सही कर दिता। तो उस दिन तो ही जिहड़ा पूरन है वो जोगियां दे नाल जोगी गोरखनाथ का चेला बन गया, उन्हां दे नाल रहन लगा, उन्हां दे नाल ही रहन लग्या। तो उस तरह उन्हां दा जिवें वो रहिंदे सी उस तरह उन्हां जीवन जिउणा शुरू कर दिता जिहड़ा पूरन ने। फिर एक दिन जदों पूरन भीख मंगण लई जांदा है, जदों भीख मंगण भिख्या मंगण लई भिख्या भोजन की भिख्या मंगण लई जांदा है, तो एक महल में जाता है। वो महल है सुंदरा राणी का। किहदा महल सी? वो सुंदरा दे महल दे विच जाता है। तो सुंदरा दे राणी सुंदरा दे महल जदों जाता है भिख्या मंगण, तो सुंदरा उस दे भिख्या वाले भांडे नूं हीरे मोतियां दे नाल भर दिंदी है। हीरे मोतियां दे उहदे रंग रूप नूं देख के हैरान हो जाती है। उहदा रंग रूप पूरन दा देख के हैरान हो के उहनूं मोतियां दा जिहड़ा थाल भर के दे दिंदी। जदों पूरन उन्हां मोतियां नूं जोगी गोरखनाथ मूहरे धरदा है, तो गोरखनाथ जी कहंदे साडे वास्ते इन्हां दी कोई कीमत नहीं, साडे ये किसी काम दे नहीं, सानू तां भोजन की लोड़ है, तुसीं इहनूं लै जाओ, भोजन लैके आओ, असीं भोजन करना है। तो पूरन उस तरह उन्होंने हीरे मोतियां वाले थाल चक के फिर पुट्ठा सुंदरा दे महल विच आउंदा है ते भोजन की मंग करता है। तो सुंदरा तरह तरह के पकवान बना के गोरखनाथ के टिले ते पहुँचती है। उत्थे जाके सच्चे मन नाल उन्हां सेवा भावना दे नाल जोगियां की सेवा करती है, तो उन्होंने भोजन छकाउंदी है, लंगर छकाउंदी है, जो पकवान बना के लैके गई होंदी। जोगी गोरखनाथ उहदी शरधा भावना देख के सेवा देख के खुश हो जाते हैं, तो आखते हैं मंग सुंदरा की मंगती है, तेरी मंग पूरी की जाऊगी। तो गोरखनाथ अगे बेनती करती है, महाराज मैनू पूरन बख्श दिओ, मैनू पूरन चाहिदा है। तो जोगी गोरखनाथ उहदी इच्छा पूरी करते हैं, उहदी मनोकामना पूर्ण करते हुए उन्होंने आशीर्वाद देंदे हैं कि तुसी अपना जिहड़ा गृहस्थी जीवन सुखी जिओ, आशीर्वाद दे के तोर देंदे। कुछ दिन पूरन सुंदरा दे नाल रहन तो बाद जदों सुंदरा नूं महसूस हुंदा है कि पूरन खुश नहीं, पूरन संतुष्ट नहीं, तो उसनूं कह दिंदी है भी जेकर तुसी जाना चाहुंदे हो जोगी गोरखनाथ कोल तो तुसी जा सकते हो। तो फिर वो महल छड्ड के जिहड़ा पूरन है वो जोगी गोरखनाथ दे कोल चला जाता है। जोगी गोरखनाथ कोल जाके चलिया जाता है। फिर उत्थे जाके वो उस तरह उन्हां दे नाल रल जाता है। वो रोज़ नवें थां अगे दी अगे वधदे जाते हैं, रोज़ नवें पिंड होर पिंडां दे विच लंघदे राहां दे विच। तां एक दिन पूरन भगत सियालकोट पहुँचता है, जिस बाग दे विच जाके रुकदा है वो पहला बाग सुक्का हुंदा है। जदों पूरन जाके उत्थे बैठदा है तो बाग हरा भरा हो जाता है। उस गल की चर्चा सारे सियालकोट नगर दे विच हो जाती है। सब लोग पूरन भगत का दर्शन करने लई आउंदे है। उत्थे सियालकोट का राजा सलवान ते उहदी दोने पत्नियां जिहड़ी इछरा ते लूणा, जदों जिहड़ी इछरा है जो कि पूरन की माँ सी, उसने पूरन दे विछोड़े के दुख दे विच रो रो के अपनियां अखां की रोशनी भाव जोत भी गवा लई सी। उन्होंने अखां तो दिसनों भी हट गया सी रो रो के अपने पुत्र के विछोड़े के कारण।
ਤਾਂ ਜਦੋਂ ਪੂਰਨ ਦੀ ਆਵਾਜ਼ ਸੁਣਦੀ ਹੈ ਇਛਰਾ ਤਾਂ ਉਹਨੂੰ ਪਹਿਚਾਣ ਲੈਂਦੀ ਹੈ ਕਿ ਇਹ ਮੇਰਾ ਪੂਰਨ ਪੁੱਤ ਹੈ। ਤਾਂ ਉਹਦੀ ਇੱਛਾ ਦੀਆਂ ਜਿਹੜੀਆਂ ਅੱਖਾਂ ਦੀ ਰੋਸ਼ਨੀ ਵੀ ਆ ਜਾਂਦੀ ਹੈ, ਤਾਂ ਆਪਣੇ ਪੁੱਤ ਨੂੰ ਵੀ ਮਿਲ ਲੈਂਦੀ ਹੈ, ਪਛਾਣ ਲੈਂਦੀ ਹੈ। ਫਿਰ ਜੋ ਲੂਣਾ ਹੈ ਉਹ ਪੂਰਨ ਭਗਤ ਕੋਲ ਜਾਂਦੀ ਹੈ ਅਤੇ ਇੱਕ ਪੁੱਤਰ ਦੀ ਮੰਗ ਕਰਦੀ ਹੈ। ਤਾਂ ਪੂਰਨ ਉਹਨਾਂ ਨੂੰ ਕਹਿੰਦਾ ਤੁਹਾਡੇ ਘਰ ਤਾਂ ਇੱਕ ਪਹਿਲਾਂ ਵੀ ਪੁੱਤਰ ਸੀ, ਤੁਸੀਂ ਹੋਰ ਪੁੱਤਰ ਦੀ ਦਾਤ ਕਿਉਂ ਮੰਗਣ ਆਏ ਹੋ। ਤਾਂ ਹੁਣ ਜਿਹੜੀ ਇਛਰਾ ਹੈ ਜੇ ਉਹ ਝੂਠ ਬੋਲਦੀ ਹੈ ਤਾਂ ਉਹਨੂੰ ਪੁੱਤਰ ਦੀ ਦਾਤ ਨਹੀਂ ਮਿਲਦੀ, ਉਹਨੂੰ ਸੱਚ ਬੋਲਣਾ ਪੈਂਦਾ ਹੈ। ਉਹ ਸੱਚ ਦੱਸਦੀ ਹੈ। ਉਸ ਸੱਚ ਦੱਸਣ ਤੋਂ ਬਾਅਦ ਫਿਰ ਪੂਰਨ ਉਸ ਨੂੰ ਆਸ਼ੀਰਵਾਦ ਦਿੰਦਾ ਹੈ। ਉਹ ਆਖਦਾ ਹੈ ਕਿ ਤੁਹਾਡੇ ਘਰ ਤੇਰੀ ਕੁੱਖੋਂ ਇੱਕ ਪੁੱਤਰ ਜਨਮ ਲਵੇਗਾ ਜੋ ਸੂਰਵੀਰ ਹੋਵੇਗਾ, ਜਿਸ ਦਾ ਨਾਂ ਰਾਜਾ ਰਸਾਲੂ, ਜੋ ਕਿ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ ਵੀ ਤੇਰੀ ਕੁੱਖੋਂ ਪੁੱਤਰ ਜਨਮ ਲਏਗਾ। ਉਸ ਪਿੱਛੋਂ ਜੋ ਰਾਜਾ ਰਸਾਲੂ ਦੇ ਨਾਮ ਦੇ ਨਾਲ ਜਿਹੜਾ ਬਹੁਤ ਪ੍ਰਸਿੱਧ ਹੋਇਆ ਸੀ, ਜੋ ਰਾਜਾ ਜਿਹੜੇ ਆਪਣੇ ਲੂਣਾ ਦੀ ਕੁੱਖੋਂ ਪੁੱਤਰ ਹੋਇਆ, ਉਹ ਪ੍ਰਸਿੱਧ ਹੋਇਆ ਸੀ। ਤਾਂ ਪੂਰਨ ਦੇ ਮਾਤਾ ਪਿਤਾ ਨੇ ਪੂਰਨ ਅੱਗੇ ਬੇਨਤੀ ਕੀਤੀ ਕਿ ਉਹ ਆਪਣਾ ਰਾਜ ਭਾਗ ਸੰਭਾਲੇ। ਪੂਰਨ ਨੇ ਬੜੀ ਵਿਨਮਰਤਾ ਨਾਲ ਕਿਹਾ ਕਿ ਸਾਨੂੰ ਮੋਹ ਮਾਇਆ ਦਾ ਕੋਈ ਲਾਭ ਨਹੀਂ, ਸਾਨੂੰ ਮੋਹ ਮਾਇਆ ਦਾ ਕੋਈ ਲਾਭ ਨਹੀਂ। ਅਤੇ ਥੋੜ੍ਹੇ ਦਿਨ ਗੁਜ਼ਾਰਨ ਤੋਂ ਬਾਅਦ ਚਲਾ ਗਿਆ, ਉੱਥੋਂ ਚਲਾ ਜਾਂਦਾ ਹੈ ਅਤੇ ਆਖਦਾ ਹੈ ਜੋਗੀ ਚੱਲਦੇ ਭਲੇ ਨਗਰੀ ਵਸਦੀ ਭਲੀ। ਤਾਂ ਕੁਝ ਦਿਨ ਆਪਣੇ ਮਾਂ ਪਿਓ ਕੋਲ ਰਹਿਣ ਤੋਂ ਬਾਅਦ ਪੂਰਨ ਭਗਤ ਕਹਿੰਦਾ ਹੈ ਜੋਗੀ ਚੱਲਦੇ ਭਲੇ ਅਤੇ ਨਗਰੀ ਵਸਦੇ ਭਲੇ। ਤਾਂ ਇਹ ਕਥਨ ਕਹਿ ਕੇ ਪੂਰਨ ਭਗਤ ਉੱਥੋਂ ਚਲਾ ਜਾਂਦਾ ਹੈ। ਤਾਂ ਇਹ ਸੀ ਆਪਣਾ ਪੂਰਨ ਭਗਤ ਜਿਹੜੀ ਦੰਤ ਕਥਾ ਹੈ ਉਸ ਦਾ ਸਾਰ। ਉਮੀਦ ਹੈ ਤੁਸੀਂ ਇਸ ਨੂੰ ਧਿਆਨ ਨਾਲ ਸੁਣਿਆ ਹੋਊਗਾ। ਹੁਣ ਆਪਾਂ ਕਰਾਂਗੇ ਇਸ ਦੇ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ ਕਿਸ ਕਿੱਸਾਕਾਰ ਨੇ, ਪਹਿਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 1, ਕਿਸ ਕਿੱਸਾਕਾਰ ਨੇ ਪੂਰਨ ਭਗਤ, ਕਿਸ ਕਿੱਸਾਕਾਰ ਨੇ ਪੂਰਨ ਭਗਤ ਦੀ ਕਥਾ ਨੂੰ ਆਧਾਰ ਬਣਾ ਕੇ ਪੂਰਨ ਭਗਤ ਦੀ ਕਥਾ ਨੂੰ ਆਧਾਰ ਬਣਾ ਕੇ ਕਿੱਸੇ ਵਿੱਚ ਕਿੱਸਾ ਲਿਖਿਆ, ਆਧਾਰ ਬਣਾ ਕੇ ਕਿੱਸਾ ਲਿਖਿਆ ਹੈ। ਕਿਸ ਨੇ ਲਿਖਿਆ ਸੀਗਾ? ਕਾਦਰਯਾਰ। ਕਿਸ ਕਿੱਸਾਕਾਰ ਨੇ? ਕਾਦਰਯਾਰ ਕਿੱਸਾਕਾਰ ਨੇ ਪੂਰਨ ਭਗਤ ਦੀ ਕਥਾ ਨੂੰ ਆਧਾਰ ਬਣਾ ਕੇ ਕਿੱਸਾ ਲਿਖਿਆ ਹੈ। ਕਿਹਨਾਂ ਨੇ ਲਿਖਿਆ? ਕਾਦਰਯਾਰ। ਸਿਰਫ ਇੱਕ ਸ਼ਬਦ ਹੈ ਕਾਦਰਯਾਰ। ਪਹਿਲੇ ਪ੍ਰਸ਼ਨ ਦਾ ਉੱਤਰ ਕੀ ਹੈ? ਕਾਦਰਯਾਰ। ਪ੍ਰਸ਼ਨ ਨੰਬਰ 2 ਪੂਰਨ ਭਗਤ ਦੇ ਜਨਮ ਸਮੇਂ ਪੂਰਨ ਭਗਤ ਦੇ ਜਨਮ ਸਮੇਂ ਜੋਤਿਸ਼ਾਂ ਨੇ ਕੀ ਵਹਿਮ ਭਰਮ ਪਾਇਆ? ਜੋਤਿਸ਼ਾਂ ਨੇ ਕੀ ਵਹਿਮ ਭਰਮ ਪਾਇਆ? ਪੂਰਨ ਭਗਤ ਦੇ ਜਨਮ 'ਤੇ ਜੋਤਿਸ਼ਾਂ ਨੇ ਕੀ ਵਹਿਮ ਭਰਮ ਪਾਇਆ? ਪੂਰਨ ਭਗਤ ਦੇ ਜਨਮ 'ਤੇ ਜੋਤਿਸ਼ਾਂ ਨੇ ਵਹਿਮ ਭਰਮ ਪਾਇਆ ਕਿ
राजे नूं कहा कि ये पुत्र तुहाडे परिवार तुहाडे राज लई शुभ नहीं है, इस नूं तुसी इस नूं नहीं वेख सकदे, ये तुहाडे जिहड़ा राज भाग दे लई की है, जिहड़ा बालक 12 साल तक तुहाडे परिवार लई अशुभ है, शुभ नहीं है। तां पूर्ण भगत के जन्म ते ज्योतिषां ने ये वहम भरम पाया कि यह बालक तुहाडे राज दे लई 12 सालां तक अशुभ है, भाव शुभ निगा। ये सी अपना दूजा प्रश्न। प्रश्न नंबर 3। प्रश्न नंबर 3, राजा सलवान कित्थों दा राजा सी? राजा सलवान कित्थों दा राजा सी? कित्थों दा सी? सियालकोट दा। राजा सलवान कित्थों दा राजा सी? राजा सलवान सियालकोट दा राजा सी। कित्थों दा सी? सियालकोट दा राजा सी। प्रश्न नंबर 4, राणी लूणा ने पूर्ण भगत नूं नाल किहो जिहा विहार किया? राणी लूणा ने पूर्ण भगत नाल किहो जिहा विहार किया? विहार व्यवहार भाव किहो जिहा उन्हें बोल चाल किहो जिहा उन्होंने व्यवहार किया? किहो जिहा व्यवहार किया? तो जदों पूर्ण भगत अपने पिता की आग्ञा लैके अपनी मावां नूं राणी इछरा ते राणी लूणा नूं मिलण लई जांदा है, तो उहदा प्यो कहंदा भी पहलां तू राणी इछरा नूं मिलण जाएगा। तो जदों पूर्ण पहलां लूणा नूं मिलण जांदा है, लूणा कोल पहुंचिया तो जवान सुंदर पूर्ण नूं देख के वो उस ते मोहित हो गई। वो उसनूं पुत्र की थां ते प्रेमी के रूप में देखण लगी। उसनूं पुत्र की थां ते प्रेमी के रूप में देखण लगी जो राणी लूणा सी। तां ये देख के पूर्ण निराश हो गया। ये देख के जिहड़ा पूर्ण है वो निराश हो के महल विचों वापस आ जाता है। ज्यों ही पूर्ण महल दे लूणा दे महल चों बाहर आया, लूणा नूं इस गल का गुस्सा आया कि उसने उसकी इच्छा नहीं मन्नी, तो उस पर झूठा इल्ज़ाम लाने वास्ते उसने एक चाल चली। उसने अपने वाल खोल लए, अपने लीड़े पाड़ के ते उच्ची उच्ची रोन लगी। जदों राजा सलवान ने उन्होंने पूछा भी की गल हुई लूणा, तू रो क्यों रही है? उसने पूर्ण ते झूठा इल्ज़ाम ला के कहा, महाराज पूर्ण ने जिहड़ा मैं पूर्ण मेरी सुंदरता देख के अपना माँ वाला रिश्ता भुल गया। जिहड़ा पूर्ण सी वो सुंदरा कहंदी मैनूं वेख के उन्होंने माँ वाला रिश्ता भुल गया, भुल बैठा है। ये गल सुन के राजा सलवान नूं गुस्सा आया तो उसने जल्लादां नूं हुक्म दिता कि पूर्ण नूं वढ़ के मार दिता जाए। उसने जल्लादां नूं हुक्म दे दिता। तो एक किसदी चाल सी? लूणा राणी दी। झूठा इल्ज़ाम लाया गया सी पूर्ण भगत ते। हुण आपां करदे हां अगे प्रश्न नंबर 5। प्रश्न नंबर 5, पंजवां प्रश्न है अपना, गोरखनाथ जोगी ने गोरखनाथ जोगी ने पूर्ण भगत का इम्तिहान किवें लिया? जोगी ने पूर्ण
ਭਗਤ ਦਾ ਇਮਤਿਹਾਨ ਕਿਵੇਂ ਲਿਆ। जोगी गोरखनाथ ने पूर्ण भगत का इम्तिहान किवें लिया। इम्तिहान किवें लिया। तो जदों पूरन नूं वढ के उहदे हत्थ पैर वढ के खूह दे विच सुट दिता जाता है तो खूह दे कोल दी जोगी गोरखनाथ दा गोरखनाथ ते उन्हां चेले उत्थों लंघ रहे सन। उन्होंने हाय हाय दी आवाज़ सुनी तो जदों खूह कोल जाके देखा तो उसने पूछा गोरखनाथ ने तू कौन है। उसने दस्या मैं पूरन है। पूरन ने अपनी सारी हड्ड बीती कहानी सुनाई। गोरखनाथ ने कहा कि जे तू सच्चा है तो मैं सूत दा कच्चा धागा लमकावांगा, जेकर तू सच्चा है तो उन्होंने फड़ के बाहर आ जावीं तो मैं तेरी सच की परीक्षा लवांगा। तो पूरन ने उन्हां दी गल मन्नी तो सूत का जिहड़ा कच्चा धागा है उसनूं फड़ के हौली हौली जिहड़ा पूरन है वो खूह दे विचों बाहर आ गया। तो धागे नूं फड़ के सूत के धागे नूं फड़ के वो हौली हौली लमक के बाहर आ गया कच्चा धागा। राणी सुंदरा ने की वरदान मंगिया। प्रश्न नंबर 6 राणी सुंदरा ने की वरदान मंगिया। राणी सुंदरा ने की वरदान मंगिया। राणी सुंदरा ने की वरदान मंगिया। जदों पूर्ण राणी सुंदरा के महल भिख्या ले जाता है तो राणी सुंदरा उसनूं देख के मोहित हो जाती है। फिर जदों उन्होंने हीरे जवाहरात दे दिंदी है तो पूर्ण भगत वो हीरे जवाहरात गोरखनाथ लिया के अगे धर दिंदा है। तो गोरखनाथ जी कहते भी साडे किसी काम नहीं, सानू तो भोजन चाहिए है। तो फिर भोजन लैण लई भोजन वास्ते दोबारा जिहड़ा पूर्ण है सुंदरा दे महल जाता है। महल च जाके भोजन की मंग करता है। तो जिहड़ी सुंदरा है वो तरह तरह के पकवान बना के लेके जाती है तो सच्चे मनो जोगियां की सेवा करती है। गोरखनाथ उसकी सेवा भावना देख के खुश हो जाती है तो वो कहते मंग की मंगना है तो कहती है मैनू पूर्ण भगत दे दिओ। तो गोरखनाथ उसकी जिहड़ी इच्छा है उसकी जिहड़ी मंग है वो पूरी कर दिंदे हैं। तो ये सी अपना प्रश्न नंबर 6। हुण करांगे प्रश्न नंबर 7। इच्छरा ने पूर्ण भगत नूं किवें पछाणिया। इच्छरा ने पूर्ण भगत नूं किवें पछाणिया। तां इच्छरा ने जदों पूर्ण भगत सियालकोट रियासत विच उत्थे आके एक बाग दे विच बहिंदा है। जदों सारा नगर पूर्ण भगत के दर्शन लई आउंदा है तो सियालकोट का राजा तो उहदी राणी इच्छरा ते लूणा वो भी आउंदे। इच्छरा पूर्ण भगत की आवाज़ सुन के पहचान लैंदी है कि उसका पुत्र पूर्ण है। तो उसनूं मिल के उहदी अखां दी रोशनी जोत भी आ जाती है पूर्ण नूं मिल के। तो इच्छरा है इच्छरा ने पूर्ण भगत नूं किवें पछाणिया। इच्छरा ने पूर्ण भगत नूं उहदी आवाज़ नाल पहचान लिया। 7वां है लूणा ने पूर्ण भगत तो की आशीर्वाद लिया। लूणा ने पूर्ण भगत तो आशीर्वाद लिया कि उसने पुत्र की दात मंगी। तो पूर्ण भगत ने उन्हें आशीर्वाद दिता कि तेरे घर पुत्र होगा जो प्रसिद्ध सूरवीर योद्धा होगा जिसका नाम प्रसिद्ध होया राजा रसालू। तो ये सी अपना जिहड़ा 9वीं क्लास दे विच दंत कथावां दे विच पहली कथा पूर्ण भगत जिसका आपां सार
प्रश्न उत्तर चंगी तरह समझे हैं। उम्मीद है तुसी वीडियो ਨੂੰ ਧਿਆਨ ਨਾਲ ਸੁਣਿਆ ਹੋਊਗਾ। वीडियो ਨੂੰ सुनना है, ਕੰਮ पूरा करना है तो समय सिर ਉਹਨੂੰ चेक करवाना है। धन्यवाद।